الرحمن علم القرآن خلق الإنسان علمه البيان فبأي آلاء ربكما تكذبان کرم کے بادل برس رہے ہیں، کرم کے بادل برس رہے ہیں، دلوں کی کھیتی ہری بھری ہے، یہ کون آیا کہ ذکر جن کا، یہ کون آیا کہ ذکر جن کا۔ میں دعوت دیاں گا ڈاکٹر نبیلہ رحمان ہوਰਾਂ ਨੂੰ کہ تشریف ਲਿਆਓ ਤੇ ਸਾਡੇ ਨਾਲ ਮਾਂ ਬੋਲੀ ਬਾਰੇ ਵਿਚਾਰ ਜਿਹੜੇ ਨੇ ਉਹ ਸ਼ੇਅਰ ਕਰੋ। ਬੜੀ بہت آدرجوگ پروفیسر خرم عبدالمنان صاحب اور یونیک گروپ آف انسٹیٹیوشنز، تھوڑی ساری ٹیم، تھوڑا بہت شکریہ اور بہت ਧੰਨ ਭਾਗ ਮੇਰੇ کہ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਔਰ ਅੱਜ ਦੇ ਇਸ ਅਹਿਮ ਦਿਨ ਦੇ ਉੱਤੇ ਤੁਸੀਂ ਮੈਨੂੰ ਬੁਲਾਇਆ ਔਰ ਆਪਣੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ। ਬਹੁਤ ਸੋਹਣੀਆਂ ਗੱਲਾਂ ਸਟੇਜ ਤੋਂ ਹੁਣੇ ਵੀਰ ਨੇ ਕੀਤੀਆਂ ਔਰ ਬਹੁਤ ਸੋਹਣੀ ਤਿਲਾਵਤ ਬੱਚਿਆਂ ਨੇ ਔਰ ਨਾਤ ਸ਼ਰੀਫ ਤੁਸੀਂ ਪੜ੍ਹੀ। ਨਾ ਤੁਸੀਂ ਅੱਲਾ ਦਾ ਕਲਾਮ ਸੁਣਿਆ, ਅੱਲਾ ਦੀ ਇਬਾਦਤ ਅਸੀਂ ਰੋਜ਼ ਕਰਨੇ ਆ, ਨਾਤ ਤੁਸੀਂ ਸੁਣੀ, ਉਹਦੇ ਨਾਲ ਸਾਡੇ ਅੰਦਰ ਦੇ ਜਜ਼ਬਾਤ ਜਿਹੜੇ ਨੇ, ਬੇਸ਼ੱਕ ਸਾਡੀ ਅਕੀਦਤ, ਸਾਡੀ ਮੁਹੱਬਤ ਉਹ ਉਹਦੇ ਨਾਲ ਅੱਲਾ ਦੇ ਔਰ ਅੱਲਾ ਦੇ ਰਸੂਲ ਦੇ ਨਾਲ ਜੁੜੀ ਹੋਈ ਹੈ, ਇੱਕ ਅੱਲਾ ਨਾਲ, ਇੱਕ ਅੱਲਾ ਦੀ ਕਿਤਾਬ ਨਾਲ, ਇੱਕ ਅੱਲਾ ਦੇ ਰਸੂਲ ਦੇ ਨਾਲ। ਲੇਕਿਨ ਇਹ ਜੁੜਤ ਜਿਹੜੀ ਹੈ, ਮੈਂ ਅੱਜ ਇਹਦੇ 'ਤੇ ਗੱਲ ਕਰਨਾ ਚਾਹਾਂਗੀ। ਲਫ਼ਜ਼ ਦੀ ਜੁੜਤ ਕੀ ਹੁੰਦੀ ਹੈ ਬੰਦੇ ਦੇ ਨਾਲ? ਅਸੀਂ ਅੱਲਾ ਦੀ ਇਬਾਦਤ ਸਾਰੀ ਅਰਬੀ ਜ਼ੁਬਾਨ ਦੇ ਵਿੱਚ ਕਰਨੇ ਆ। ਅਸੀਂ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਸਿਖਾਈਆਂ ਹੋਈਆਂ ਦੁਆਵਾਂ ਵੀ ਉਂਝ ਕਰਨੇ ਆ, ਪਰ ਜਦੋਂ ਅਸੀਂ ਤਰਲਾ ਕਰਨਾ ਹੁੰਦਾ ਹੈ ਉਦੋਂ ਅਸੀਂ ਆਪਣੀ ਜ਼ੁਬਾਨ 'ਚ ਕਰਦੇ ਹਾਂ। ਜਦੋਂ ਅਸੀਂ ਰੱਬ ਦੇ ਅੱਗੇ ਤਰਲਾ ਕਰਨਾ ਹੁੰਦਾ ਹੈ, ਕੁਝ ਮੰਗਣਾ ਹੁੰਦਾ, ਰੱਬਾ ਇੰਝ ਕਰ ਦੇਈਂ। ਜਿਵੇਂ ਮਾਂ ਨੂੰ ਆਖੀਦਾ ਨਾ, ਅੰਮਾ ਆਪਣਾ ਜਦੋਂ ਦੁੱਖ ਭੁੱਲਣਾ ਹੁੰਦਾ ਹੈ, ਇੰਝ ਹੀ ਬੰਦਾ ਉਹ ਜਿਹੜਾ ਸਾਰੀਆਂ ਮਾਵਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ, ਇੰਝ ਹੀ ਜਦੋਂ ਤੁਸੀਂ ਉਹਦੇ ਨਾਲ ਮੁਖਾਤਬ ਹੁੰਦੇ ਹੋ, ਉਹਦੇ ਨਾਲ ਗੱਲ ਕਰਦੇ ਹੋ, ਤਾਂ ਤੁਸੀਂ ਆਪਣੀ ਬੋਲੀ 'ਚ ਕਰਦੇ ਹੋ, ਤੁਸੀਂ ਆਪਣੀ ਬੋਲੀ 'ਚ ਖ਼ਾਬ ਵੇਖਦੇ ਹੋ। ਇਹ ਸਾਡੀ ਜੁੜਤ ਜਿਹੜੀ ਹੈ ਇਹ ਗਵਾਚ ਗਈ ਹੈ, ਪਰ ਇਹ ਚੂँਕਿ ਸਾਡੇ ਖੂਨ ਦੇ ਵਿੱਚ ਸ਼ਾਮਲ ਹੈ ਇਸ ਲਈ ਇਸ ਨੂੰ ਕਰਨੇ ਆ, ਪਰ ਅਸੀਂ ਇਹਨੂੰ ਇੱਕ ਹੋਰ ਸਤ੍ਹਾ ਦੇ ਉੱਤੇ ਨਹੀਂ ਕਰਦੇ। ਉਹ ਕਿਹੜੀ ਸਤ੍ਹਾ ਹੈ? ਆਪਣਾ ਆਮ ਜੀਵਨ ਵਿੱਚ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਇਹਦੀ ਬਹੁਤ ਲੰਬੀ ਚੌੜੀ ਬਹਿਸ ਹੈ। ਸਾਡੀ ਤਾਰੀਖ, ਸਾਡੇ ਸਿਆਸੀ ਸਮਾਜੀ ਹਾਲਾਤ, ਸਾਡੇ ਬੇਸ਼ੁਮਾਰ ਕੰਪਲੈਕਸਿਸ, ਸਾਡੇ ਤਾੜਵੀਆਂ ਨੇ, ਸਾਡੇ ਸਿਸਟਮ ਨੇ, ਸਾਡੀ ਸਿਆਸਤ ਨੇ, ਸਾਡੇ ਉੱਤੇ, ਸਾਡੀ ਜ਼ਿਹਨ, ਸਾਡੀ ਸੋਚ ਦੇ ਉੱਤੇ ਕਾਬੂ ਪਾਉਣ ਵਾਲੇ ਲੋਕਾਂ ਨੇ, ਉਹ ਇਤਨੀ ਲੰਬੀ ਤਾਰੀਖ ਹੈ ਕਿ ਉਹ ਬਹੁਤ ਗੱਲ ਮੇਰੀ ਹੋ ਜਾਏਗੀ। ਮੈਂ ਗੱਲ ਛੋਟੀ ਕਰਨੀ ਹੈ ਔਰ ਇੱਕੋ ਗੱਲ ਕਿ ਦੇਖੋ, ਮੇਰਾ ਖਿਆਲ ਹੈ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ, ਉਸ ਐਜੂਕੇਸ਼ਨ ਸਿਸਟਮ ਦੇ ਵਿੱਚ ਅਸੀਂ ਇੱਕ ਚੀਜ਼ ਮਿਸ ਕਰ ਰਹੇ ਹਾਂ।
ਇੱਕ ਚੀਜ਼ ਸਾਡੇ ਕੋਲ ਗਵਾਚੀ ਜਾ ਰਹੀ ਹੈ। ਸਾਡਾ ਕਾਇਨਾਤ ਦੇ ਨਾਲ, ਕਾਇਨਾਤ ਦੇ ਖਾਲਿਕ ਦੇ ਨਾਲ ਔਰ ਉਹਦੀ ਇਸ ਕਾਇਨਾਤ ਦੇ ਦੀਆਂ ਜਿਤਨੀਆਂ ਚੀਜ਼ਾਂ ਨੇ ਉਹਦੇ ਨਾਲ ਇਨਸਾਨ ਦੀ ਜੁੜਤ, ਇਹਨੂੰ ਅਸੀਂ ਮਿਸ ਕਰ ਰਹੇ ਹਾਂ। ਅਸੀਂ ਬਹੁਤ ਸਾਰੇ ਇਲਮ ਸਿੱਖਦੇ ਹਾਂ। ਅਸੀਂ ਆਪਣੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਅੱਜ ਕੱਲ੍ਹ ਸਭ ਤੋਂ ਜ਼ਿਆਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਤੇ ਕੰਮ ਹੋ ਰਿਹਾ ਨਾ। ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਇਨਸਾਨ ਨੇ ਇਹ ਕਿ ਤੁਸੀਂ ਕਿਧਰੇ ਵੀ ਆਪਣੇ ਪੂਰੇ ਵਜੂਦ ਦੇ ਨਾਲ ਕਿਧਰੇ ਵੀ ਤੁਹਾਨੂੰ ਮੈਨੂੰ ਐਸੇ ਸੂਰਤ ਦੇ ਵਿੱਚ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਦਿਖਾਇਆ ਵੀ ਜਾ ਸਕਦਾ ਹੈ, ਸੁਣਾਇਆ ਵੀ ਜਾ ਸਕਦਾ ਹੈ। ਤੁਸੀਂ ਇਹ ਸਾਰਾ ਕੁਝ ਦੇਖਦੇ ਹੋ। ਮਸ਼ੀਨਾਂ ਕੰਮ ਕਰਦੀਆਂ ਨੇ, ਜ਼ਿਹਨ ਸੋਚਦੇ ਨੇ। ਸੋ ਜ਼ਿਹਨਾਂ ਨੂੰ ਸੋਚ ਇਹ ਜਿਹੜੀ ਹੈ, ਇਹਨੂੰ ਕਿਸ ਤਰ੍ਹਾਂ ਇਸ ਵਾਰ ਇਹਦੇ ਨਾਲ ਜੋੜਿਆ ਜਾ ਸਕਦਾ ਆਪਣੇ ਸਿਸਟਮ ਦੇ ਨਾਲ, ਉਹ ਜਦੋਂ ਤੁਸੀਂ ਇਸ ਬੋਲੀ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਬੋਲੀ ਔਰ ਪੰਜਾਬ ਦੇ ਕਲਚਰ ਦੇ ਨਾਲ ਇਹਨਾਂ ਇਲਮਾਂ ਦੀ ਜੁੜਤ ਨੂੰ ਕਾਇਮ ਕਰ ਦਿਓਗੇ। ਪੰਜਾਬੀ ਵੀ ਸਾਡੀ ਬੋਲੀ ਹੈ, ਉਰਦੂ ਵੀ ਸਾਡੀ ਬੋਲੀ ਹੈ, ਸਿੰਧੀ ਸਾਡੀ ਬੋਲੀ ਹੈ, ਬਲੋਚੀ ਹੈ, ਪਸ਼ਤੋ ਹੈ, ਸਰਾਇਕੀ, ਸਭ ਸਾਰੀਆਂ ਬੋਲੀਆਂ ਨੇ। ਸਿਰਫ ਇਹ ਜਿਹੜੀ ਲੈਂਗੁਏਜ ਪੋਲੀਟਿਕਸ ਹੈ, ਇਸ ਪੋਲੀਟਿਕਸ ਤੋਂ ਬਾਹਰ ਹੋ ਕੇ, ਉਤਾਂਹ ਹੋ ਕੇ ਜੀਣਾ ਸਿਖਾਇਆ ਜਾਏ ਤੇ ਯਕੀਨ ਕਰੋ ਕਿ ਇਲਮ ਜਿਹੜਾ ਬਹੁਤ ਸਾਰਾ ਅਸੀਂ ਕਹਿੰਦੇ ਨਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਬਹੁਤ ਸਾਰੇ ਨੰਬਰ 'ਤੇ ਲੈ ਲੈਂਦੇ ਨੇ ਪਰ ਪੈਰਾਗ੍ਰਾਫਿਕ ਨਹੀਂ ਲਿਖ ਸਕਦੇ। ਉਹ ਇਸ ਲਈ ਨਹੀਂ ਲਿਖ ਸਕਦੇ ਕਿ ਤੁਸੀਂ ਇਕਬਾਲ ਦੀ ਸਮਝ ਉਦੋਂ ਆਏਗੀ ਜਦੋਂ ਸੁਲਤਾਨ ਬਾਹੂ ਦੀ ਔਰ ਮੀਆਂ ਮੁਹੰਮਦ ਬਖਸ਼ ਦੀ ਆਏਗੀ, ਕਿਉਂਕਿ ਆਸਾਨ ਜ਼ੁਬਾਨ ਦੇ ਵਿੱਚ ਜਿਹੜੀ ਮਿੱਟੀ ਦਾ ਇੱਕ ਦੀ ਜੁੜਤ ਜਿਹੜੀ ਹੁੰਦੀ ਹੈ ਨਾ, ਮਿੱਟੀ ਦੀ ਜੁੜਤ ਸਾਨੂੰ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸਿਖਾਈ ਹੈ। ਆਪਣੇ ਕਲਚਰ ਦੀ, ਆਪਣੀ ਬੋਲੀ ਦੀ ਰਾਖੀ ਕਰਨਾ, ਬੋਲਣਾ, ਉਹਨਾਂ ਪਿਆਰ ਕਰਨਾ ਸੁਨਨਤ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹੈ। ਗਵਰਨਰ ਅਜ਼ਹਰ ਪੰਜਾਬ ਦੇ ਗਵਰਨਰ ਸਨ, ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਸੀ। ਕਿਸੇ ਨੇ ਉਹਨਾਂ ਦੇ ਇੰਟਰਵਿਊ ਤੋਂ ਪੁੱਛਿਆ ਕਿ ਪੰਜਾਬ ਦੇ ਵਿੱਚ ਬਾਕੀ ਸਾਰੇ ਸੂਬੇ ਵਾਲੇ, ਦੂਜੇ ਸੂਬਿਆਂ ਦੇ ਲੋਕ ਜਿਹੜੇ ਨੇ ਉਹ ਆਪਣੀ ਜਿਹੜੀ ਜ਼ੁਬਾਨ ਹੈ ਉਸ 'ਤੇ ਬਹੁਤ ਮਾਣ ਕਰਦੇ ਨੇ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ। ਇਹ ਕਿਉਂ? ਉਹਨਾਂ ਨੇ ਬੜਾ ਖੂਬਸੂਰਤ ਜੁਮਲਾ ਬੋਲਿਆ। ਉਹਨਾਂ ਆਖਿਆ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਸਭ ਤੋਂ ਬਹੁਤਾ ਨੁਕਸਾਨ ਪੰਜਾਬ ਦੀ ਔਰਤ ਨੇ ਪਹੁੰਚਾਇਆ, ਕਿਉਂਕਿ ਉਹਨੇ ਬੋਲਣਾ ਛੱਡ ਦਿੱਤਾ। ਉਹ ਉਸ ਕੰਪਲੈਕਸ 'ਚ ਆ ਗਈ ਕਿ ਤੁਸੀਂ ਪੰਜਾਬੀ ਬੋਲੋਗੇ ਤਾਂ ਖਬਰੇ ਪੇਂਡੂ ਹੋਵੋਗੇ, ਪੇਂਡੂ ਸਮਝੇ ਜਾਓਗੇ। ਬਈ ਪੇਂਡੂ ਹੋਣਾ ਤੇ ਮਾਣ ਹੈ। ਅੱਜ ਕਿਸਾਨਾਂ ਨੇ ਵਕਤ ਪਾਇਆ ਹੋਇਆ ਨਾ, ਪਰਲੇ ਪਾਸੇ ਵੇਖੋ ਤੁਸੀਂ ਤੇ ਕਰਸਾਨ, ਜਿਹੜਾ ਕਰਸਾਨ ਕੀ ਹੁੰਦਾ ਹੈ? ਕਰਨ ਵਾਲਾ, ਹੱਥ ਨਾਲ ਕਰਕੇ ਖਾਣ ਵਾਲਾ, ਖਵਾਉਣ ਵਾਲਾ। ਤੇ ਪੇਂਡੂ ਹੋਣਾ ਫਖਰ ਹੈ। ਹੁਣ ਪੇਂਡੂ ਹੋ ਕੇ ਥੋੜ੍ਹੀ ਜਿਹੀ ਵਿੰਗੀ ਜਿਹੀ ਅੰਗਰੇਜ਼ੀ ਬੋਲ ਕੇ ਤੇ ਉਹ ਕਰ ਲਓ, ਉਹ ਫੈਸ਼ਨ ਕਬੂਲ ਹੈ ਸਾਨੂੰ, ਪਰ ਸਾਨੂੰ ਆਪਣੇ ਆਪ ਦੇ ਉੱਤੇ ਇਹ ਫਰਕ ਹੈ ਜਿਹੜਾ ਸਾਡੇ ਵਿੱਚ ਕਲਚਰਲ ਡਿਸਆਰਡਰ ਆਇਆ ਨਾ, ਜਿਹੜਾ ਸਾਡੇ ਅੰਦਰ, ਇਹਨੇ ਸਾਡੀ ਸ਼ਖਸੀਅਤ ਸਾਜ਼ੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ। ਤੁਹਾਨੂੰ ਬੱਚਿਆਂ ਨੂੰ ਔਰ ਤੁਹਾਡੀ ਇਸ ਪੂਰਾ ਜਿਹੜਾ ਇੰਟੈਲੀਜੈਂਸ਼ੀਆ ਯੂਨੀਕ ਗਰੁੱਪਸ ਦਾ ਬੈਠਾ ਹੈ, ਸਿਰਫ ਇਹ ਕਿ ਆਪਣੀ ਪੰਜਾਬੀ ਜ਼ੁਬਾਨ ਦੇ ਉੱਤੇ, ਆਪਣੀ ਬੋਲੀ 'ਤੇ, ਈਵਨ ਤੁਹਾਡੀ ਵੀ ਜਿਹੜੀ ਵੀ ਤੁਹਾਡੀ ਮਾਦਰੀ ਜ਼ੁਬਾਨ ਹੈ, ਅਗਰ ਉਹ ਉਰਦੂ ਹੈ ਤਾਂ ਉਰਦੂ, ਮੇਰੀ ਚੁੱਕੇ ਮਾਦਰੀ ਜ਼ੁਬਾਨ ਪੰਜਾਬੀ ਹੈ, ਮੈਂ ਉਸ ਦੀ ਗੱਲ ਕਰਨੀ ਹੈ ਕਿ ਇੱਕ ਵਸੇਬ ਦੀ ਜ਼ੁਬਾਨ, ਖਿੱਤੇ ਦੀ ਜ਼ੁਬਾਨ, ਆਪਣੀ ਜਿਹੜੀ ਜ਼ੁਬਾਨ ਹੈ ਉਸ ਜ਼ੁਬਾਨ ਦੇ ਨਾਲ ਜੁੜਤ, ਯਕੀਨ ਜਾਣੋ ਇਹ ਜੁੜਤ ਇਨਸਾਨ ਨੂੰ ਅੱਲਾ ਦੇ ਨਾਲ ਜੋੜਦੀ ਹੈ। ਬੰਦੇ ਨੂੰ ਅੱਲਾ ਦੀ ਸਮਝ ਉਦੋਂ ਆਉਂਦੀ ਹੈ ਜਦੋਂ ਉਹ ਆਪਣੀ ਆਪ ਦੇ ਨਾਲ ਜੋੜਦਾ ਹੈ। ਤੁਸੀਂ ਅੱਲਾ ਨੂੰ ਕਿਸ ਤਰ੍ਹਾਂ ਪਛਾਣੋਗੇ? ਤੁਸੀਂ ਆਦਾਬ ਜਿਹੜੇ ਨੇ ਉਹ ਬੁਨਿਆਦੀ ਤੌਰ ਦੇ ਉੱਤੇ ਆਉਂਦੇ ਹੀ ਉਦੋਂ ਨੇ। ਅਸੀਂ ਅਦਬ ਵੀ ਛੱਡ ਦਿੱਤਾ। ਸਾਡੇ ਦੇਖੋ ਪੂਰੀ ਅਸੀਂ ਅਦਬੀਆਤ ਪੜ੍ਹਾਉਣਾ ਕੋਈ ਨਹੀਂ ਨਾ ਪਸੰਦ ਕਰਦਾ। ਅਦਬ ਨੂੰ ਕੌਣ ਪੜ੍ਹਦਾ ਹੈ ਅੱਜ ਕੱਲ੍ਹ ਦੇ ਦੌਰ ਦੇ ਵਿੱਚ? ਔਰ ਇਹ ਵੀ ਇੱਕ ਬਾਕਾਇਦਾ ਸਾਜ਼ਿਸ਼ ਦਾ ਹਿੱਸਾ ਸੀ। ਬਾਹਰ ਦੀ ਦੁਨੀਆ ਦੇ ਵਿੱਚ, ਮੈਂ ਸਵੀਡਨ ਦਾ ਐਜੂਕੇਸ਼ਨ ਸਿਸਟਮ ਦੇਖ ਕੇ ਆਈ ਹਾਂ, ਬਾਹਰ ਦੀ ਦੁਨੀਆ ਦੇ ਵਿੱਚ ਤੁਸੀਂ ਕਿਧਰੇ ਵੀ ਸਾਇੰਸ ਔਰ ਅਦਬ ਔਰ ਫਲਸਫਾ ਇਹ ਵੱਖ ਹੈ ਹੀ ਨਹੀਂ। ਔਰ ਮੈਂ ਕਹਿੰਦੀ ਹੁੰਦੀ ਹਾਂ ਕਿ ਜਿਹੜਾ ਬੱਚੇ ਨੇ ਬੁਨਿਆਦੀ ਸਾਇੰਸ ਨਹੀਂ ਪੜ੍ਹੀ ਹੋਈ ਉਹ ਹਜ਼ਰਤ ਸੁਲਤਾਨ ਬਾਹੂ ਦਾ ਨਫੀ ਇਸਬਾਤ ਤੋਂ ਨਹੀਂ ਸਮਝ ਸਕਦਾ। ਸੋ ਇਹ ਸਾਡਾ ਬਹੁਤ ਜ਼ਰੂਰੀ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਤਮਾਮ ਅਲੂਮ ਜਿਹੜੇ ਸਾਡੇ 18ਵੀਂ ਸਦੀ ਦੇ ਵਿੱਚ ਸਾਡੇ ਮਦਰਸਾ ਸਿਸਟਮ ਦਾ ਹਿੱਸਾ ਸਨ, ਬੁਨਿਆਦੀ ਸਾਇੰਸ, ਫਲਸਫਾ, ਮੰਤਕ ਔਰ ਅਦਬ,
ਇਹ ਜ਼ਰੂਰੀ ਹੈ। ਇਹ ਐਜੂਕੇਸ਼ਨ ਸਿਸਟਮ ਨੂੰ ਜਦ ਤੱਕ ਅਸੀਂ ਠੀਕ ਨਾ ਕੀਤਾ ਉਨੀ ਦੇਰ ਤੱਕ ਇਹ ਸਾਡੇ ਮਾਮਲਾਤ ਬਤੌਰ ਇਨਸਾਨ ਉਹ ਇਸੇ ਤਰ੍ਹਾਂ ਹੀ ਰਹਿਣਗੇ, ਔਰ ਬਤੌਰ ਕੌਮ ਅਸੀਂ ਕਦੀ ਇਕੱਠੇ ਨਹੀਂ ਹੋ ਸਕਦੇ। ਵੈਸੇ ਹੀ ਬਾਹਰ ਦੀ ਦੁਨੀਆ ਸਾਨੂੰ ਬਹੁਤ ਜਜ਼ਬਾਤੀ ਕੌਮ ਕਹਿੰਦੀ ਹੈ। ਜਜ਼ਬਾਤ ਦੇ ਨਾਲ ਨਾਲ ਜਜ਼ਬਾਤੀ ਹੋਣਾ ਅੱਛਾ ਹੁੰਦਾ ਹੈ, ਲੇਕਿਨ ਜਜ਼ਬਾਤ ਦੇ ਨਾਲ ਨਾਲ ਜਨੂਨ ਜਿਹੜਾ ਵਾ ਨਾ, ਜਨੂਨ ਦੀ ਉਹ ਇੱਕ ਅਕਲੀ ਸਤਹ, ਅਕਲ ਔਰ ਫਿਕਰ ਤੋਂ ਤੁਸੀਂ ਵੱਖ ਹੋ ਕੇ ਨਾ ਉਹ ਵੱਖ ਹੋਵੋਗੇ ਤਾਂ ਤੁਸੀਂ ਇਨਸਾਨ ਦੀ ਆਪਣੀ ਸ਼ਨਾਖਤ ਬਰਕਰਾਰ ਨਹੀਂ ਰੱਖ ਸਕਦੇ। ਇਹਦੇ ਵਿੱਚ ਤਫਰੀਕ ਇਨਸਾਨ ਨੂੰ ਆਉਣੀ ਚਾਹੀਦੀ ਹੈ। ਤੁਸੀਂ ਦੁਨੀਆ ਦੀ ਕੋਈ ਵੀ ਜ਼ੁਬਾਨ ਸਿੱਖ ਸਕਦੇ ਹੋ, ਵਰਨਾ ਤੁਸੀਂ ਦੇਖੋ ਕਿ ਅਰਬ ਜਿਹੜੇ ਨੇ ਉਹ ਪੇ ਨਹੀਂ ਬੋਲ ਸਕਦੇ, ਉਹ ਪਾਕਿਸਤਾਨ ਬੋਲਦੇ ਨੇ, ਪਾਕਿਸਤਾਨ ਬੋਲਦੇ ਨੇ। ਜਿਸ ਤਰ੍ਹਾਂ ਅੰਗਰੇਜ਼ ਗੈਨ ਔਰ ਗਾਫ ਨਹੀਂ ਉਹ ਬੋਲ ਸਕਦੇ, ਪਰ ਸਾਡੀ ਪੰਜਾਬੀ ਜ਼ੁਬਾਨ ਐਸੀ ਹੈ ਕਿ ਤੁਸੀਂ ਦੁਨੀਆ ਦੀ ਕੋਈ ਵੀ ਜ਼ੁਬਾਨ ਸਿੱਖ ਸਕਦੇ ਹੋ। ਤੁਸੀਂ ਦੇਖੋ ਕਿ ਅੰਗਰੇਜ਼ੀ ਦਾ ਇਤਨਾ ਫੋਬੀਆ ਹੈ, ਮਤਲਬ ਬਤੌਰ ਇੱਕ ਲਿੰਗੁਇਸਟਿਕ ਦੇ ਮੈਨੂੰ ਪਤਾ ਹੈ ਕਿ ਦੁਨੀਆ ਦੀ ਕੋਈ ਵੀ ਜ਼ੁਬਾਨ ਤੁਸੀਂ 3 ਮਹੀਨੇ 'ਚ ਸਿੱਖ ਸਕਦੇ ਹੋ। ਇਹ ਇੱਕ ਇੰਟਰਨੈਸ਼ਨਲ ਫਾਰਮੂਲਾ ਹੈ ਕਿ ਤੁਸੀਂ 3 ਮਹੀਨੇ 'ਚ ਕੋਈ ਵੀ ਜ਼ੁਬਾਨ ਸਿੱਖ ਸਕਦੇ ਹੋ, ਔਰ 6 ਮਹੀਨੇ ਵਿੱਚ ਤੁਸੀਂ ਉਹਦੇ ਐਕਸਪਰਟ ਹੋ ਸਕਦੇ ਹੋ ਬਾਹਰ ਤੱਕ ਬਿਲਕੁਲ। ਪਰ ਸਾਡੇ 16 ਸਾਲਾਂ ਤੋਂ ਬਾਅਦ ਵੀ ਅੰਗਰੇਜ਼ੀ ਨਹੀਂ ਆਉਂਦੀ। ਇੰਝ ਹੀ ਹੈ ਨਾ, ਅੰਗਰੇਜ਼ੀ ਕਿਉਂ ਨਹੀਂ ਆਉਂਦੀ? ਔਰ ਇਹਦੇ 'ਤੇ ਮੈਂ ਬਹੁਤ ਬਹਿਸ ਵੀ ਕੀਤੀ ਆਪਣੇ ਇੰਸਟੀਟਿਊਟ 'ਚ, ਖੈਰ, ਔਰ ਮੈਂ ਕਿਸੇ ਹੱਦ ਤੱਕ ਕਾਮਯਾਬ ਵੀ ਹੋਈ। ਉਹਦੀ ਵਜ੍ਹਾ ਬੱਚੇ ਸੋਚ ਹੈ, ਇੱਕ ਸੋਚ ਜਿਹੜੀ ਕਾਬੂ ਕਰਨ ਦੀ ਸੋਚ ਹੈ। ਇਨਸਾਨ ਦੀ ਇਨਸਾਨ ਦੇ ਉੱਤੇ, ਮੁਲਕਾਂ ਦੀ ਮੁਲਕਾਂ ਦੇ ਉੱਤੇ, ਕੌਮਾਂ ਦੀ ਕੌਮਾਂ ਦੇ ਉੱਤੇ, ਬੜੀਆਂ ਪਾਵਰਸ ਦੀ ਪਾਵਰ ਦੇ ਉੱਤੇ, ਕਿ ਇਹਦੇ ਉੱਤੇ ਕਾਬੂ ਮੈਂ ਕਿੰਝ ਰੱਖਣਾ ਹੈ, ਉਹ ਕਿਹੜਾ ਏਰੀਆ ਜਿਹੜਾ ਮੈਂ ਇਹਨੂੰ ਕਾਬੂ ਰੱਖਣਾ ਹੈ। ਸੋ ਉਹਦਾ ਸਿੰਪਲ ਜਿਹੜਾ ਉਹਦਾ ਆਸਾਨ ਜਿਹਾ ਹੱਲ ਇਹ ਸੀ ਕਿ ਉਹਨੂੰ ਤੁਸੀਂ ਪਹਿਲੇ ਜ਼ੁਬਾਨ ਨੂੰ ਜ਼ੁਬਾਨ ਦੀ ਤਰ੍ਹਾਂ ਸਿਖਾਇਆ ਜਾਂਦਾ, ਚੂँਕਿ ਉਹ ਨਹੀਂ ਸਿਖਾਇਆ ਗਿਆ। ਸੋ ਜਿਹੜਾ ਆਮ ਮੀਡੀਓਕਰ ਆਮ ਬੰਦੇ ਦਾ ਜਿਹੜਾ ਬੱਚਾ ਨਾ ਉਹ ਪਛੜਦਾ ਹੈ। ਅਲੀਟ ਕਲਾਸ ਦਾ ਬੱਚਾ ਨਹੀਂ ਪਛੜਦਾ, ਅਲੀਟ ਕਲਾਸ ਦਾ ਬੱਚਾ ਉੱਪਰ ਤੱਕ ਜਾਂਦਾ ਹੈ। ਕਲਾਸ ਸਿਸਟਮ ਹੈ, ਕਰਨਾ ਨਹੀਂ ਚਾਹੁੰਦੇ, ਦਿਖਾਣਾ ਨਹੀਂ ਚਾਹੁੰਦੇ, ਬਰਾਬਰ ਆ ਜਾਣਗੇ। ਇਹ ਬਰਾਬਰੀ, ਇਹ ਜਿਹੜੀ ਇਹ ਸੋਚ ਨਾ ਇਕਾਈ ਦੀ ਔਰ ਅੱਲਾ ਦੇ ਨਾਲ ਜੁੜਤ ਦੀ, ਇਨਸਾਨ ਨੂੰ ਸਮਝਣ ਦੀ, ਇਨਸਾਨ ਨੂੰ ਬਰਾਬਰ ਮੁਸਾਵਾਤ ਦਾ ਦਰਸ ਦਿੱਤਾ ਨਾ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ। ਇਹੀ ਦਿੱਤਾ ਨਾ, ਇਹੀ ਪੜ੍ਹਨੇ ਆ ਸੀ, ਪਰ ਪਤਾ ਨਹੀਂ ਹੈ ਮੁਸਾਵਾਤ ਹੁੰਦੀ ਕੀ ਹੈ, ਕਿਵੇਂ ਕਿਸੇ ਦੂਸਰੇ ਇਨਸਾਨ ਦੀ ਇੱਜ਼ਤ ਕਰਨੀ ਹੈ, ਕਿਵੇਂ ਆਪਣਾ ਜ਼ਰਫ ਬੜਾ ਕਰਨਾ ਹੈ। ਦੂਸਰਾ ਬੰਦਾ ਕਬੂਲ ਨਹੀਂ ਹੈ, ਦੂਸਰੇ ਬੰਦੇ ਦੀ ਗੱਲ ਬਰਦਾਸ਼ਤ ਨਹੀਂ ਹੁੰਦੀ, ਇੱਕ ਦੂਸਰੇ ਦੀ ਬਹੁਤ ਜ਼ਿਆਦਾ ਉਹਦੇ ਕਿਰਦਾਰ ਦੀ ਨਿੰਦਿਆ ਕਰਨੀ ਹੈ, ਕਰੈਕਟਰ ਅਸੈਸੀਨੇਸ਼ਨ ਜਿਹਨੂੰ ਤੁਸੀਂ ਆਖਦੇ ਹੋ, ਇਹ ਕਰਨੀ ਹੈ, ਫਿਰ ਖੁਸ਼ ਹੋਣਾ ਹੈ। ਸੋ ਜਦੋਂ ਤੁਸੀਂ ਆਪਣੀ ਬੋਲੀ ਤੋਂ ਔਰ ਆਪਣੇ ਕਲਚਰ ਤੋਂ ਔਰ ਆਪਣੀ ਬੋਲੀ ਦੇ ਅਦਬ ਤੋਂ ਦੂਰ ਹੁੰਦੇ ਹੋ ਤਾਂ ਇਹ ਸਮਾਜੀ ਔਰ ਸ਼ਖਸੀ ਬੁਰਾਈਆਂ ਜਨਮ ਲੈਂਦੀਆਂ ਨੇ। ਸੋ ਸਾਨੂੰ ਜ਼ਰੂਰਤ ਹੈ ਕਿ ਅਸੀਂ, ਹਾਲੇ ਵੀ ਵੇਲਾ ਲੰਘਿਆ ਨਹੀਂ, ਜੋ ਲੰਘ ਗਿਆ, ਪਰ ਜਿਹੜੀ ਪੌਦ ਨੂੰ ਅਸੀਂ ਜਿੰਨਾ ਕੁ ਦੇ ਸਕਦੇ ਹਾਂ, ਪਤਣਾ ਤੋਂ ਪਾਣੀ ਹਲੇ ਜਿੰਨਾ ਕੁ ਬਾਕੀ ਹੈ ਉਹਨੂੰ ਹਲੇ ਅਸੀਂ ਰੋਕ ਸਕਦੇ ਹਾਂ, ਕਰ ਸਕਦੇ ਹਾਂ। ਔਰ ਐਸੇ ਗੱਲ ਨਹੀਂ ਸਮਝ ਲਈਏ ਕਿ ਆਪਣੀ ਬੋਲੀ ਔਰ ਆਪਣਾ ਅਦਬ ਜਿਹੜਾ ਵੈ ਉਹਦੀ ਗੱਲ ਕਰਨਾ ਔਰ ਉਹਦੇ ਵਿੱਚ ਉਸ ਜ਼ੁਬਾਨ ਦੇ ਵਿੱਚ ਆਪਣੇ ਦੀਨ ਦੀ ਗੱਲ ਪਹੁੰਚਾਉਣਾ, ਇਹ ਸੁਨਤ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਹੈ। ਸੋ ਅਗਰ ਅਸੀਂ ਇਹ ਕਰ ਲਈਏ ਤਾਂ ਮੇਰਾ ਖਿਆਲ ਹੈ ਕਿ ਜ਼ਿਆਦਾ ਗੱਲ ਸਮਝ ਆਏਗੀ। ਤੁਸੀਂ ਅੱਲਾ ਨੇ ਆਖਿਆ ਨਾ ਕਿ ਤਕੱਬਰ ਨਾ ਕਰੋ ਔਰ ਜ਼ਮੀਨ ਦੇ ਉੱਤੇ ਆਕੜ ਕੇ ਨਾ ਚੱਲੋ। ਕੁਰਾਨ ਪਾਕ ਦੇ ਵਿੱਚ ਅੱਲਾ ਨੇ ਫਰਮਾਇਆ ਨਾ, ਔਰ ਹਦੀਸ ਵੀ ਨੇ, ਅਤੇ ਬਾਬਾ ਫਰੀਦ ਨੇ ਫਰਮਾਇਆ ਸੀ, ਫਰੀਦਾ ਖਾਕ ਨਾ ਨਿੰਦੀਏ, ਖਾਕੋ ਜੇੜ ਨਾ ਕੋ, ਜਿਉਂਦਿਆਂ ਪੈਰਾਂ ਤੱਲੇ ਮੋਇਆਂ ਉੱਪਰ ਹੋ। ਸੋ ਇਸ ਤਰ੍ਹਾਂ ਦੀਆਂ ਬੇਸ਼ੁਮਾਰ ਮਿਸਾਲਾਂ ਨੇ। ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾ। ਫਰੀਦਾ ਆਪਣੇ ਮਨ ਨੂੰ, ਆਪਣਾ ਜਿਹੜੀ ਤੇਰੀ ਮੈਂ ਹੈ ਨਾ, ਉਹਨੂੰ ਮੈਦਾਨ ਕਰ ਲੈ ਬਿਲਕੁਲ। ਟੋਏ ਟਿੱਬੇ ਨੇ ਨਾ ਜਿਹੜੇ ਉਹਦੇ 'ਚ ਉੱਚੀਆਂ, ਬੰਦਾ ਸਮਝਦਾ ਮੈਂ ਬੜਾ ਔਰ ਮੈਂ ਬੰਦਾ ਡਿੱਗ ਗਿਆ ਆਪਣੇ, ਮੈਂ ਟੋਏ ਟਿੱਬੇ ਲਾ। ਅੱਗੇ ਮੂਲ ਨਾ ਆਵਸੀ ਦੋਜ਼ਖ ਸੜ ਦੀ ਭਾ, ਕਿ ਜਿਹੜੀ ਦੋਜ਼ਖ ਦੀ ਭਾ, ਇੱਕ ਤਾਂ ਉੱਥੇ ਤਾਂ ਸੜਨਾ ਹੀ ਸੜਨਾ, ਬੰਦਾ ਆਪਣੇ ਆਪ ਕਿੰਨਾ ਸੜਦਾ ਹੈ। ਹੁਣ ਇਸ ਗੱਲ ਨੂੰ ਅਗਰ ਇਸ ਬੋਲੀ ਦੇ ਵਿੱਚ ਇਸ ਤਰ੍ਹਾਂ ਸਮਝਾਇਆ ਜਾਏ, ਬੰਦੇ ਦੀ ਰੱਬ ਨਾਲ ਜੁੜਤ ਨਹੀਂ ਵੱਜਦੀ, ਰੱਬ ਨਾਲ ਵੱਧਦੀ ਹੈ, ਇਨਸਾਨ ਦੀ ਇਨਸਾਨ ਨਾਲ ਵੱਧਦੀ ਹੈ, ਆਪਣੀ ਧਰਤੀ ਨਾਲ ਵੱਧਦੀ ਹੈ, ਬਤੌਰ ਕੌਮ ਵੱਧਦੀ ਹੈ।
ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜੀ। ਸਾਡੇ ਦਰਮਿਆਨ ਇੱਕ ਪ੍ਰਾਹੁਣੇ ਤਸ਼ਰੀਫ ਲਿਆਏ ਨੇ, ਜਨਾਬ ਫੈਸਲ ਅਨਵਰ ਸਾਹਿਬ। ਆਪ ਐਡਵਾਈਜ਼ਰ ਨੇ ਮਿਨਿਸਟਰੀ ਆਫ ਕਲਚਰ ਵਿੱਚ। ਫੈਸਲਾਬਾਦ ਤੋਂ ਜਨਾਬ ਦਾ ਤਾਲੁਕ ਹੈ, ਤੇ ਫੈਸਲਾਬਾਦ ਦਾ ਨਾਂ ਆ ਜਾਵੇ ਤੇ ਫਿਰ ਪੰਜਾਬੀ ਜਿਹੜੀ ਹੈ ਉਹਦਾ ਪਤਾ ਲੱਗਦਾ ਹੈ ਕਿ ਇਹ ਪੰਜਾਬੀ ਦੇ ਟੌਪਰ ਨੇ, ਉਤਲੇ ਪੱਧਰ ਦੀ ਪੰਜਾਬੀ ਬੋਲਣ ਵਾਲੇ ਲੋਕ ਨੇ। ਤੁਹਾਡੀਆਂ ਤਾੜੀਆਂ ਨਾਲ ਪਤਾ ਲੱਗੇਗਾ کہ ਤੁਸੀਂ ਉਹਨਾਂ ਨੂੰ ਕਿਵੇਂ ਜੀ ਆਇਆਂ ਨੂੰ ਆਖਦੇ ਹੋ۔ पंजाबी थोड़ी सख्त ज़बान लगती थी मेरी माँ को, क्योंकि वो सराइकी थी। तो जब वो बुलाया जाता ना तू इधर आ, तो उनको दुख लगता था, तो वो हमें डांटती थी कि पंजाबी नहीं बोलनी, सख्त ज़बान। तो करते करते हुआ ये कि कायद-ए-आज़म यूनिवर्सिटी में एडमिशन हो गया। वहाँ पर एक पाकिस्तान की यूनिक यूनिवर्सिटी है, थोड़ी पंजाबी बोल सकता हूँ। हाँ, पाकिस्तान की वाहिद यूनिवर्सिटी है जिसमें कोटा सिस्टम से एडमिशन होंगे ने। करेज मारा पंजाबी का, अंग्रेज ने मारा, हमारा जग्गा मार दिया, हमारा दुल्ला मार दिया, हमारा रंजीत सिंह को कंफ्यूज कर दिया। और एज ए नेशन फैसल अनवर इज वन एग्जाम्पल ऑफ ए कंफ्यूज्ड पर्सनैलिटी कि मैं हूं कौन, मेरा बेस क्या है, मेरा हीरो सलाउद्दीन अयूबी है या रंजीत सिंह है। एक तरफ इस्लाम है, एक तरफ कल्चर है, एक तरफ पंजाब है, एक तरफ कुछ और है, एक तरफ कुछ और है। हम हैं क्या? अल्लाह पाक ने मेहरबानी की। मेरे भाई जो मिनिस्टर मेरे ताया के बेटे हैं, आई एम ए वॉलंटियर विद माई ब्रदर एज एन एडवाइजर टू द आई एम ए मैनेजमेंट कंसल्टेंट बाय प्रोफेशन। मैं खुद हाजिर हुआ कि यार इस कल्चर पे कुछ करना पड़ेगा। और कल्चर हमारा क्या बन गया? आई एम सॉरी, हमारे कल्चर मिनिस्ट्री में जब हम आए तो हमें पता चला कल्चर है क्या। द डेफिनेशन ऑफ दीज कंफ्यूज्ड ब्यूरोक्रेट्स ऑफ ए कल्चर इज म्यूजिक एंड ड्रामा. Rest of the culture is eliminated. There is no wow factor of our culture. There is no strength of our culture. It's shameful. सुप्रीम कोर्ट के ऑर्डर पे मादरी जबान की इंप्लीमेंटेशन का फैसला पिछले 20 साल 15 साल से फाइलों में घूम रहा है. जब पूछते हैं किसी ब्यूरोक्रेट से, वो जी वो समरी भेजी हुई है. फिर एक और सीन हुआ, पिलाक में गए, हमारा पंजाब इंस्टीट्यूट ऑफ लैंग्वेजेस जो है, उसके अंदर जब गए तो बात ये पता चली कि जनाब वो पंजाबी जो है ना जी, उसके 3 लहजे हैं जी. कौन से लहजे जी? एक सराइकी और एक ये पठवारी. वो मैंने कहा खुदा दे वास्ते कितने जाके बहावलपुर चाहे गल ना कर दियो, बड़ी कुट पाएगी. हम हाईजैक करने के चक्कर में हो क्या रहा है सर, मैं ये आपसे जिक्र करना चाहता हूँ. मैम, आई एम रियली थैंकफुल व्हाट यू सेड एंड यू रियली टच्ड दोज एरियाज.
جو وہ میوزک کبھی رات کو سوتے ہوئے دادی کی باتوں میں سنتے تھے, وہ آج بھی کبھی کبھی. میں گیا ادھر ہرن منار, وہاں پہ ایک بندہ ہیر گا رہا تھا, یقین جانے مزہ آ گیا. مسئلہ کیا ہے؟ یہ بیوروکریسی اس ملک کو ٹھیک نہیں کر سکتی. جب تک سیکٹر اسپیشلسٹ, جب تک آپ جیسے لوگ, وہ صرف مینجمنٹ سمجھتے ہیں, جب تک لینگویج میں, کلچر میں, آپ نے جو کلچر پالیسی کی بات کی, وی ہیو ری ڈن دی کلچرل پالیسی اگین اینڈ اگین. دس از ون اسمالر سیگمنٹ آف دی لینگویج بیکاز دے ڈونٹ ہیو این انڈرسٹینڈنگ. پالیسی بنانے کے لیے آپ گورا بلائیں گے تو وہ آپ کی کیا پالیسی بنائے گا؟ جس ملک کے اندر 18, جس خطے میں 16-18 میں ہم سنتے ہیں یہ سونے کی چڑیا تھی, 24% جی ڈی پی تھا. میں بزنس کا اسٹوڈنٹ ہوں, میرا تو ایریا وہ ہے نا جی. 24% جی ڈی پی تھا. ساری دنیا اس کو لوٹنے کے لیے آتی تھی. اس کو کنگال کیسے کیا؟ اس انگریز نے کیا. آپ کے آرٹیزانس کے انگوٹھے کاٹ دی, آپ کی زبان کو آپ کے لیے شرم کا مقام بنا دیا, آپ کے میراث کو میراثی بنا دیا. ہوا کیا؟ وہی جو ہماری ینگ جنریشن کے ساتھ اب ہو رہا ہے. میم جب ہم انٹرویوز لیتے ہیں, لوگوں سے پوچھتے ہیں, بچوں, انٹیلیجنٹ بچوں, ہاؤ مینی اسٹیٹس وی ہیو ان امریکہ؟ کوئی جواب دے گا؟ 52. بہت سارے لوگ ہیں فورن 52. بٹ ہاؤ مینی ڈسٹرکٹس وی ہیو ان پنجاب؟ نوبڈی نوز. انگریز کا کریکولم پڑھا رہے ہیں, انگریز بنا رہے ہیں, بچے تو کنفیوز ہوں گے. کرائٹیریا کیا؟ پینفل باتیں ہیں آنیسٹلی اسپیکنگ. اور آپ کو ذرا تھوڑی سی فیصلہ بادی ہوں تو ذرا دوسری بات زیادہ سیریس کو ذرا تھوڑا سا کنورٹ کرتے ہیں ایک شعر میں. بڑا آئیڈیل شعر ہے جو ہمارے پر فٹ ہوتا ہے, اور یہ کہ قوم بیچاری بھکھ دے پاروں چھولے چبدی پھر دیے. قوم بیچاری بھکھ دے پاروں چھولے چبدی پھر دیے, پاک کے عادت کوٹھی بنگلے کاراں ٹھگ دی پھر دیے. ایک غریب دا بال گواچا کوئی بھی لبن ٹریا نہیں. ایک غریب دا بال گواچا کوئی بھی لبن ٹریا نہیں. ایک کڑی دا لونگ گواچا دنیا لبدی پھر دی. We had been dishonest with ourselves. میں پنجابی لینگویج کے اس فورم پہ کھڑے ہو کے شرمندگی محسوس کر رہا ہوں کہ میں اب سوچتا انگریزی میں ہوں. ماں میری اردو بولتی تھی, میں پنجابی ہوں. میں اس یوتھ کا تھوڑی سی ریپرزنٹیشن کر رہا ہوں. یہ جو بچے سن رہے ہو کہ نہیں, یہ سب جو باتیں کریں نا پنجابی, یہ بکواس ہے, وہ forget about it. ہمارا کون سا اس کا گریڈ سے تعلق, آج سنیں گے چلے جائیں گے. بٹ آئی ایم تھینکفل ٹو یونیک کالج اینڈ ریاض بھائی میرے بھائیوں کی طرح ہیں, ان کو پتہ ہے کہ جب یہ حکم کرتے ہیں ہم حاضر ہوتے ہیں, اس لیے کہ ہمیں فیل ہوتا ہے کہ کوئی تو ادارہ ہے جس کو تکلیف ہے, کوئی تو ادارہ ہے جو یہ اس طرح کی بات, کیا ضرورت ہے اس پروگرام کی. بٹ دیر آر سم پیپل جو واقعی پازیٹیو سوچتے ہیں. اور میری ریکویسٹ ہے, میں نے ریاض بھائی کو بھی کئی دفعہ کہا, میں آپ لوگوں سے کہوں, خدا کے واسطے, we have opened the doors of the cultural ministry for the experts. We are fighting with people. ہم رنجیت سنگھ پہ فلم بنانے جا رہے ہیں, ہم جگے پہ فلم بنانے جا رہے ہیں, ہم دلہ بھٹی پہ فلم بنانے جا رہے ہیں, اینڈ ہم نے گورنمنٹ سے کہا آپ پیسے دیں یا نہ دیں, ہم یہ پیسے اکٹھے کر لیں گے. کیونکہ ہر بات میں یہ کہا دیا جاتا ہے پیسے نہیں, ہمیں پیسے اکٹھے کرنے آتے ہیں, انشاءاللہ تعالیٰ وہ کر لیں. سوچاں دی میت چاہ کے میں کتھے جاواں گا, جے بولاں گا مار دیں گے, نہ بولاں گا مر جاواں گا. ایک تو یہ پنجابی زبان کے لیے اور آپ سب لوگوں کی نظر. اور آخری ایک پاکستان کے حوالے سے شعر جو ہماری زندگیوں کا تھیم شعر ہے, ہمارے بزرگوں کی مہربانی ہمیں یہ سکھایا.
or dedicated to Pakistan, to the youth, to all of you. And that is, ye jo karwan hamara azmo yaqeen se niklega. Ye jo karwan hamara azmo yaqeen se niklega. جہاں سے چاہو گے راستہ وہیں سے نکلے گا. اے عرض پاک کی ریت ذرا ایڑیاں تو رگڑنے دے, مجھے یقین ہے کہ پانی یہیں سے نکلے گا. تھینک یو ایوری. تشریف لیاندے نے جناب اس تقریب دے, اس اکٹھ دے, اس بیٹھک دے میزبان جناب پروفیسر عبد المنان خرم صاحب. بسم اللہ الرحمن الرحیم. بہت شکریہ شاہ جی. محترمہ جناب ڈاکٹر نبیلہ رحمان, چیئرپرسن انسٹیٹیوٹ آف پنجابی لینگویج اینڈ کلچر, منسٹر صاحب دے جڑے ساڈے ایڈوائزر صاحب سانو تشریف لے گئے نے, محترم جناب پروفیسر امجد علی خان, ریکٹر یونیک گروپ آف انسٹیٹیوشنز, جناب عفیف صدیقی صاحب, وائس چیئرمین یونیک گروپ آف انسٹیٹیوشنز, جناب وسیم انور چودھری صاحب, سید ندیم عالم صاحب, ضمیر آفاقی صاحب, تو معزز سامعین. بالکل درست فرمایا شاہ جی نے کہ جڑا دو جماعتاں پڑھ لیندہ ہے, جڑا 2 دن رج کے روٹی کھا لیندہ ہے, جڑی سب تو پہلا گل چھڑدا ہے وہ اپنی زبان چھڑ دیندا ہے. وہ سمجھدا ہے اے ساڈا المیہ ہے, وہ سمجھدا ہے کہ شاید ہے امیراں دی تے پڑھے لکھیاں دی زبان نہیں ہی, اسی پنجابی بولیں گے اور شاید ساڈے تے کچھ جس طرح میڈم نے فرمایا بھੈਣ میری نے کہ کچھ ساڈے تاریخی ساڈے تے جڑیاں حکومتاں کھوندی لوکی کردے رہے, پنجاب دے اس خطے تے رہن والے لوکاں دے اُتے پنجابیاں دے علاوہ لوکاں نے زیادہ حکومت کیتی. ایک ساڈا المیہ بھی ہے. انہاں حالات وچ پہلی گل تے اس گل نوں منو, ساڈے مورخ ساڈے شاید اس گل نوں منن وچ سمجھدے نے کہ شاید اسی کوئی اپنی تاریخ جڑی ہے وہ نہ من کے کوئی حب الوطنی دا ثبوت دینے پہ نہیں. حقیقت تے حقیقت ہوندی ہے. ہم گل من کے انہاں حالات وچ پھر کی کرنا چاہیے جدوں ساڈے وڈیاں دے اُتے اس خطے دے وچ رہن والے لوکاں دے اُتے غیر ملکیاں نے غیر پنجابیاں نے حکومت کیتی تے ساڈیاں پھر سوچاں دے وچ ساڈے رہن سہن وچ جو تبدیلیاں آئیاں نے, جو اسی مروب ہو جانے ہاں گل گل تے چٹے چٹے, تے ادا کی اسباب دی وجہ وہ پنڈ چ حکیم ہوندے نے, جے حکیم یا سیانے انہاں دے طریقہ علاج چ نا ایک ہوندا تشخیص, یعنی مرض دی ایک وہ کہندے جی تشخیص ہوندی ہے, لبھی دا کہ مسئلہ ہے کی, تے دوجی انہوں کہندے نے تجویز, تے پھر تجویز بھی پیش کرتے ہیں سیانے جڑے طبیب ہوندے نے. تے جدوں تک اسی دی ریزنز نوں ایدی وجوہات نوں سمجھ نہیں لان گے وجہ مسئلہ کی ہے. مسئلہ پنجابی ساڈے گھراں چ نہیں بولی جاندے, ساڈے اسی بالاں نال نہیں بولدے. پنجابی بولن نوں اسی اپنی بستی جی سمجھنے ہاں کہ ایک انفیریئر جی لینگویج ہے. اے عام طور تے اور جڑا ساڈے اتھے کلچر رائج ہے انگریزی ہے, اسی بالکل منسٹر صاحب نے بالکل درست فرمایا, اسی بڑے کنفیوزڈ ہاں. کنفیوژن کی ہے جدوں اسی پنجابی دی گل کرنے ہیں تے کہندے نے تسی شاید محب وطن نہیں گئے. عجیب جی گل ہے بھئی اسی پنجابی تے پاکستانی کٹھے نہیں ہو سکتے. اسی بیک وقت پنجابی بھی ہو سکنے ہیں تے پاکستانی بھی ہو سکنے ہیں. یقیناً اسی پنجابی بھی ہاں, پاکستانی بھی ہاں, اسی مسلمان بھی ہاں. یہ کہڑی ایسی گل ہے؟ انسان دے بڑے روپ ہوندے نے. انسان بیک وقت پیو بھی ہوندا ہے, پتر بھی ہوندا ہے, شوہر بھی ہوندا ہے, دوست یار بھی ہوندا ہے, باس بھی ہوندا ہے, متحت بھی ہوندا ہے, استاد بھی ہوندا ہے, شاگرد بھی ہوندا ہے. بڑے روپ ہوندے نے ہر شخص دے. اسی طرح اسی پنجابی بھی ہو سکنے ہیں, اسی پاکستانی بھی ہو سکنے ہیں, اسی مسلمان بھی ہو سکنے ہیں.
ਕਿਆ ਜ਼ਰੂਰੀ ਹੈ ਕਿ ਜੇ ਅਸੀਂ ਪੰਜਾਬੀ ਕਹੀਏ ਆਪਣੇ ਆਪ ਨੂੰ ਤੇ ਇਹਦਾ ਮਤਲਬ ਅਸੀਂ ਕਹਿੰਦੇ ਆ ਕਿ ਪਾਕਿਸਤਾਨੀ ਨਹੀਂ ਗਏ ਅਸੀਂ? ਨਹੀਂ, ਇਹ ਗੱਲ ਨਹੀਂ। ਇਹ ਕਨਫਿਊਜ਼ਨ ਜਿਹੜੀ ਹੈ, ਜਦੋਂ ਅਸੀਂ ਮੁਤਾਲਬਾ ਕਰਨੇ ਆ, ਜਿਸ ਤਰ੍ਹਾਂ ਮੈਂ ਅੱਜ ਆਪਣੀ ਗੁਫ਼ਤਗੂ ਦੇ ਬਾਅਦ ਇੱਕ ਕਰਾਰਦਾਦ ਵੀ ਪੇਸ਼ ਕਰਾਂਗਾ, ਜਿਸ ਤਰ੍ਹਾਂ ਅਸੀਂ ਮੁਤਾਲਬਾ ਕਰਨੇ ਆ ਕਿ ਪੰਜਾਬੀ ਨੂੰ, ਇਹ ਸਾਰੀਆਂ ਗੱਲਾਂ ਆਪਣੀ ਜਗ੍ਹਾ ਤੇ ਬਿਲਕੁਲ ਦਰੁਸਤ ਨੇ, ਲੇਕਿਨ ਅਸਲ ਗੱਲ ਹੈ ਰੀਜ਼ਨ ਤੇ ਪਹੁੰਚੀਏ। ਵਜ੍ਹਾ ਕੀ ਹੋਈ, ਕਿਉਂ ਅਸੀਂ ਆਪਣੀ ਜ਼ੁਬਾਨ ਤੋਂ, ਮੇਰੇ ਬੱਚੇ ਜਦੋਂ ਵੱਡੇ ਹੋਏ ਤੇ ਮੇਰੀ ਬੇਗਮ ਨੇ ਮੈਨੂੰ, ਮੈਂ ਆਪਣੀ ਬੇਗਮ ਨਾਲ ਪੰਜਾਬੀ 'ਚ ਗੱਲ ਕਰਨਾ, ਅਸੀਂ ਆਪਸ 'ਚ ਪੰਜਾਬੀ 'ਚ ਗੱਲ ਕਰਨੇ, ਬੱਚਿਆਂ ਨਾਲ ਅਸੀਂ ਉਰਦੂ 'ਚ ਗੱਲ ਕਰਨੇ ਆ। ਇਹ ਸਾਡਾ ਅਲਮੀਆ ਹੈ। ਖੈਰ ਮੈਂ ਤੇ ਫਿਰ ਵੀ ਕਰ ਲੈਣਾ। ਮੇਰੀ ਬੇਗਮ, ਉਹ ਮੈਡਮ ਨੇ ਬਿਲਕੁਲ ਸਹੀ ਕਿਹਾ, ਇਹ ਕੁੜੀਆਂ ਮਰ ਜਾਣੀਆਂ ਨੇ, ਇਹ ਜਿਹੜਾ ਨਾ, ਇਹਨਾਂ ਨੂੰ ਇੰਪ੍ਰੈਸ ਕਰਨਾ ਸੀ ਮੁੰਡੇ ਉਰਦੂ ਬੋਲਦੇ ਜੇ। ਤੁਹਾਨੂੰ ਮੈਂ ਪਿਛਲੀ ਗੱਲ ਦੱਸਾਂ, ਇਹ ਸਮਝਦੀਆਂ ਨੇ ਜਿਹੜਾ ਪੰਜਾਬੀ ਬੋਲਦਾ ਪਿਆ ਉਜਾਡੇ, ਇਹ ਅਨਪੜ੍ਹ, ਇਹ ਸਮਝਦੀਆਂ ਜੇ, ਇਹ ਸਮਝਦੀਆਂ ਨੇ ਇਹ ਪੰਜਾਬੀ ਬੋਲਦਾ ਪਿਆ, ਇਹਨਾਂ ਦਾ ਪਿਓ ਪੰਜਾਬੀ, ਇਹਨਾਂ ਦਾ ਦਾਦਾ ਪੰਜਾਬੀ, ਇਹਨਾਂ ਦਾ ਭਰਾ ਪੰਜਾਬੀ, ਇਹਨਾਂ ਨੂੰ ਮਿਲਣ ਵਾਲਾ ਬੰਦਾ ਵੀ ਇਨਸ਼ਾਅੱਲਾ ਪੰਜਾਬੀ। ਸਹੀ ਹੈ। ਤੇ ਫਿਰ ਇਹਨਾਂ ਨੇ ਪੰਜਾਬੀ ਹੀ ਜੰਮਣੇ ਨੇ। ਤੁਹਾਨੂੰ ਮੈਂ ਵੀ ਦੱਸਾਂ, ਫਿਰ ਇਹ ਆਪਸ ਵਿੱਚ ਪੰਜਾਬੀ ਨੂੰ ਏਡੀ ਕਿਉਂ ਹਕੀਰ ਸਮਝਦੇ ਨੇ? ਬਹਰਹਾਲ ਜ਼ਰੀਆ ਤਾਲੀਮ ਪੰਜਾਬੀ ਹੋਣਾ ਚਾਹੀਦਾ ਹੈ। ਅਗਰ ਜ਼ਰੀਆ ਤਾਲੀਮ ਪੰਜਾਬੀ ਨਹੀਂ ਹੁੰਦਾ ਤੇ ਕਮ ਅਜ਼ ਕਮ ਇੱਕ ਮਜ਼ਮੂਨ ਪੰਜਾਬੀ ਹੋਣਾ ਚਾਹੀਦਾ ਸਕੂਲ ਵਿੱਚ। ਅਗਰ ਹਾਈ ਸਕੂਲ ਵਿੱਚ ਨਹੀਂ ਮੁਮਕਿਨ ਤਾਂ ਕਮ ਅਜ਼ ਕਮ ਪ੍ਰਾਇਮਰੀ ਵਿੱਚ, ਤੇ ਇਹਦਾ ਕਮ ਅਜ਼ ਕਮ ਇੱਕ ਲਾਜ਼ਮੀ ਮਜ਼ਮੂਨ ਹੋਣਾ ਚਾਹੀਦਾ। ਅਗਰ ਇਹ ਵੀ ਨਹੀਂ ਕਰ ਸਕਦੀ ਹੁਕੂਮਤ, ਤੇ ਕਮ ਅਜ਼ ਕਮ ਉਰਦੂ ਦਾ ਜਿਹੜਾ ਲੈਂਗੁਏਜ ਦਾ ਮਜ਼ਮੂਨ ਹੈ, ਇਹ ਜਿਹੜਾ ਸਬਜੈਕਟ ਹੈ, ਉਹਦੇ ਵਿੱਚ ਕਮ ਅਜ਼ ਕਮ 2-4 ਚੈਪਟਰ ਪਾ ਦਿੱਤੇ ਜਾਣ। ਪੰਜਾਬੀ 'ਚ ਬੇਸ਼ੱਕ ਨਾ ਪਾਣ, ਲੇਕਿਨ ਪੰਜਾਬੀ ਸ਼ੁਅਰਾ ਦਾ ਤਾਰਫ ਪਾ ਦਿੱਤਾ ਜਾਵੇ। ਪੰਜਾਬੀ ਕੋਈ ਅਗਰ ਪੰਜਾਬੀ ਦਾ ਮਜ਼ਮੂਨ ਹੋਵੇ ਤੇ ਬਹੁਤ ਹੀ ਅੱਛੀ ਗੱਲ ਹੈ। ਤੇ ਮੈਂ ਮਿਨਿਸਟਰ ਸਾਹਿਬ ਹੁੰਦੇ ਤਾਂ ਉਹਨਾਂ ਨੂੰ ਮੁਤਾਲਬਾ ਪੇਸ਼ ਕਰਦਾ। ਬਹਰਹਾਲ ਇਹ ਜਿਹੜਾ ਇਜਲਾਸ ਹੈ, ਇਹ ਹੁਕੂਮਤ ਨੂੰ ਪੁਰਜ਼ੋਰ ਮੁਤਾਲਬਾ ਕਰਦਾ ਹੈ ਕਿ ਜ਼ਰੀਆ ਤਾਲੀਮ ਪੰਜਾਬੀ ਮੁਕਰਰ ਕੀਤਾ ਜਾਏ, ਜਾਂ ਕਮ ਅਜ਼ ਕਮ ਇੱਕ ਮਜ਼ਮੂਨ ਸਕੂਲ ਲੈਵਲ ਤੇ ਲਾਜ਼ਮੀ ਮਜ਼ਮੂਨ ਪੰਜਾਬੀ ਜ਼ੁਬਾਨ ਦਾ ਹੋਵੇ, ਤਾਂ ਕਿ ਅਸੀਂ ਆਪਣੀ ਅਸਲ ਵੱਲ ਪਰਤਾਈਏ, ਤਾਂ ਕਿ ਅਸੀਂ ਆਪਣੀ ਅਸਲ ਨਾਲ ਜੁੜ ਜਾਈਏ, ਅਸੀਂ ਮਰੂਬੀਅਤ ਤੋਂ ਨਿਕਲ ਜਾਈਏ, ਤਾਂ ਕਿ ਅਸੀਂ ਉਸੇ ਜ਼ੁਬਾਨ 'ਚ ਸੋਚੀਏ ਜਿਸ ਜ਼ੁਬਾਨ ਦੀ, ਜਿਹੜੀ ਸਾਡੀ ਮਾਂ ਦੀ ਜ਼ੁਬਾਨ ਹੈ। ਪੰਜਾਬੀਆਂ ਦੀ ਇੱਕ ਤਬੀਅਤ ਪੂਰੀ ਦੁਨੀਆ ਮੰਨਦੀ ਹੈ, ਜ਼ਿੰਦਾ ਦਿਲੀ ਇਹਨਾਂ ਦੀ, ਹੱਸਣ ਖੇਡਣ ਵਾਲੇ, ਬੜੇ ਮਿਲਨਸਾਰ ਹੁੰਦੇ ਨੇ, ਬਹੁਤੀ ਗੱਲ ਨੂੰ ਮਾਈਂਡ ਨਹੀਂ ਕਰਦੇ ਹੁੰਦੇ। ਇਹਨਾਂ ਦੀ ਬਿਸਤੀ ਵੀ ਕਰ ਜਾਓ ਥੋੜੀ ਬਹੁਤੀ, ਤੇ ਉਹਨੂੰ ਪਹਿਲਾਂ ਤਾਂ ਸਮਝ ਨਹੀਂ ਆਉਂਦੀ, ਜੇ ਸਮਝ ਆ ਜਾਂਦੇ ਫਿਰ ਆਪ ਹੱਸ ਪੈਂਦੇ ਨੇ। ਠੀਕ ਹੈ ਕਿ ਲੈ ਵੀ ਸਾਡੇ ਨਾਲ ਕੋਈ ਕਰ ਗਿਆ ਜੀ ਹੱਥ, ਤੇ ਉਹ ਬੜੇ ਵੱਡੇ ਦਿਲ ਦੇ ਹੁੰਦੇ ਨੇ ਆ ਖੂਬੀਆਂ। ਅੱਛਾ, ਹੁਣ ਹਾਸਾ ਖੇਡਾ, ਜੁਗਤ ਲਾਣਾ, ਹਰ ਵੇਲੇ ਖੁਸ਼ ਰਹਿਣਾ, ਹਾਸਾ ਮਜ਼ਾਕ ਕਰਦੇ ਰਹਿਣਾ, ਇਹ ਕੋਈ ਸਾਡੇ ਇਸ ਖਿੱਤੇ ਦੇ ਰਹਿਣ ਵਾਲੇ ਲੋਕਾਂ ਦੀ, ਪੰਜਾਬੀ ਬੋਲਣ ਵਾਲੀ, ਯਾਨੀ ਪੰਜਾਬੀ ਬੋਲਣ ਵਾਲਿਆਂ ਦੀ ਖਸੂਸੀਅਤ ਜੇ ਬਣ ਗਈ ਹੈ। ਔਰ ਅਸੀਂ ਹੱਸਣ ਖੇਡਣ ਵਾਲੇ ਲੋਕ ਹਾਂ, ਤੇ ਉਹ ਫਿਰ ਪੰਜਾਬੀ ਮੁਸ਼ਾਰੇ ਹੁੰਦੇ ਨੇ, ਪੰਜਾਬੀ ਸਟੇਜ ਡਰਾਮੇ ਨੇ, ਤੇ ਉਹ ਫਿਰ ਜੁਗਤਾਂ ਦੇ ਉੱਤੇ ਮੁਸ਼ਤਮਿਲ ਨੇ, ਤੇ ਫਿਰ ਅਸੀਂ ਇੱਥੇ ਤੇ ਨਾ ਇੱਕ ਲੇਬਲ ਲੱਗ ਗਿਆ। ਬੇਸ਼ੁਮਾਰ ਸਾਡੇ ਸ਼ਾਇਰ ਜਿਹੜੇ ਨਾ, ਪੰਜਾਬੀ ਦੀ ਸ਼ਾਇਰੀ ਅਗਰ ਅਦਬ ਬਰਾਏ ਜ਼ਿੰਦਗੀ ਮੌਜ਼ੂ ਹੋਵੇ ਤੇ ਭਰਿਆ ਪਿਆ ਹੈ, ਬਲਕਿ ਹੈ ਹੀ ਅਦਬ ਬਰਾਏ ਜ਼ਿੰਦਗੀ। ਸਾਡੇ ਬਹੁਤ ਘੱਟ ਕਲਾਸੀਕਲ ਸ਼ਾਇਰ ਨੇ ਜਿਨ੍ਹਾਂ ਨੇ ਆਪਣੇ ਸ਼ੇਰ ਨਾਲ ਕੋਈ ਤਰਬੀਅਤ ਨਾ ਕੀਤੀ ਹੋਵੇ, ਕੋਈ ਸਾਨੂੰ ਮੱਤ ਨਾ ਦਿੱਤੀ ਹੋਵੇ। ਸਾਰੀ ਪੰਜਾਬੀ ਸ਼ਾਇਰੀ ਭਰੀ ਪਈ ਏ ਅਕਲ ਦੀਆਂ ਗੱਲਾਂ ਨਾਲ, ਤਰਬੀਅਤ ਦੀਆਂ ਗੱਲਾਂ ਨਾਲ, ਅਦਬ ਬਰਾਏ ਜ਼ਿੰਦਗੀ ਨਾਲ। ਅਦਬ ਬਰਾਏ ਅਦਬ ਘਾਟੇ, ਉਹ ਜਿਸ ਤਰ੍ਹਾਂ ਮੀਰ ਨੇ ਕਿਹਾ, ਗਾਲਬ ਨੇ ਕਿਹਾ, ਬਾਕੀ ਲੋਕੀ ਲਤੀਫ ਜਜ਼ਬਾਤ ਦੀ ਅਕਾਸੀ ਕਰਦੇ ਨੇ, ਉਹ ਜ਼ੁਬਾਨ ਵਿੱਚ ਬੜੀ ਜ਼ਰੂਰੀ ਨੇ। ਜ਼ੁਬਾਨਾਂ ਅਦਬ ਨਾਲ, ਅਦਬ ਦੇ ਥੰਮ ਤੇ ਖਲੋਤੀਆਂ ਹੁੰਦੀਆਂ ਨੇ। ਜ਼ੁਬਾਨਾਂ ਨੂੰ ਦਵਾਮ ਉਸ ਜ਼ੁਬਾਨ ਦੇ ਸ਼ਾਇਰ, ਅਦੀਬ, ਨਾਵਲ ਨਗਾਰ, ਅਫਸਾਨਾ ਨਗਾਰ, ਕਹਾਣੀ ਕਹਿਣ ਵਾਲੇ, ਉਹ ਉਹਨੂੰ ਮਜ਼ਬੂਤ ਬਣਾਉਂਦੇ ਨੇ। ਨਵੇਂ ਲਫ਼ਜ਼ ਵੀ ਭੈਣ ਮੇਰੀਏ ਉਹੀ ਦਿੰਦੇ ਨੇ। ਨਵੀਂ ਉਸ ਜ਼ੁਬਾਨ ਦੀ ਜਿਹੜੀ ਤਕਾਰੀਬ ਕਹਿੰਦੇ ਤਰਕੀਬ, ਨਵੀਂ ਤਰਕੀਬ, ਉਹ ਅਲਫਾਜ਼ ਨੂੰ ਆਪਸ ਜੋੜ ਕੇ ਨਵਾਂ ਲਫ਼ਜ਼ ਵੀ ਉਹੀ ਬਣਾਉਂਦੇ ਨੇ।
ਜਿਹੜੇ ਲਿਖਦੇ ਨੇ, ਜਿਹੜੇ ਬੋਲਦੇ ਨੇ, ਉਹਦਾ ਸ਼ਾਇਦ ਸਾਡੇ ਜ਼ੁਬਾਨ 'ਚ ਥੋੜ੍ਹੀ ਕਮੀ ਹੈ। ਅਗਰ ਕਿਸੇ ਨੇ ਕੀਤੀ ਵੀ ਹੈ ਤੇ ਜਾਂ ਉਹਨੇ ਆਰਫਾਨਾ ਕਲਾਮ ਕਿਹਾ ਪੰਜਾਬੀ 'ਚ, ਤੇ ਜਾਂ ਉਹਨੇ ਜੁਗਤਾਂ ਮਾਰੀਆਂ ਨੇ, ਕੋਈ ਸੰਜੀਦਾ ਗੱਲ ਸ਼ਾਇਦ ਨਹੀਂ ਕੀਤੀ। ਤੇ ਸਾਡਾ ਇਹ ਵੀ ਅਲਮੀਆ ਹੈ, ਹਕੂਮਤ ਨੂੰ ਇਹ ਵੀ ਚਾਹੀਦਾ, ਅਗਰ ਹਕੂਮਤ ਨਹੀਂ ਤੇ ਇਹ ਭੈਣ ਮੇਰੀ ਆਪਣੇ ਡਿਪਾਰਟਮੈਂਟ 'ਚ ਵੀ ਕਰ ਸਕਦੀ ਹੈ ਕਿ ਅੱਛੀ ਸ਼ਾਇਰੀ ਕਰਨ ਵਾਲੇ ਪੰਜਾਬੀ ਦੇ ਅੱਛੇ ਸ਼ੋਰਾ, ਅੱਛੇ ਅਫਸਾਨੇ, ਅੱਛੇ ਨਾਵਲ ਪੰਜਾਬੀ ਜ਼ੁਬਾਨ 'ਚ ਲਿਖਣ ਵਾਲਿਆਂ ਨੂੰ ਕੋਈ ਇਨਾਮ ਦੇ ਦੇਣ। ਹੋਰ ਕੁਝ ਨਹੀਂ ਤੇ ਉਹਨਾਂ ਨੂੰ ਆਪਣੇ ਕੋਲ ਕਿਸੇ ਲਈ ਸੱਦ ਲੈਣ ਤੇ ਉਹਨਾਂ ਨੂੰ ਕੋਈ ਇੱਕ ਅੱਧਾ ਹਾਰ ਪਾ ਦੇਣ। ਉਹ ਜਿਹੜੇ ਲੋਕੀ ਲਿਖਣ ਵਾਲੇ ਨੇ, ਜਿਹੜੇ ਲੋਕੀ, ਉਹਨਾਂ ਨੂੰ ਥੋੜ੍ਹੀ ਜਿਹੀ ਉਹਨਾਂ ਦੀ ਹਿੰਮਤ ਅਫਜ਼ਾਈ ਹੋਵੇ। ਤੇ ਉਹ ਇਹੀ ਚੰਦ ਇੱਕ ਗੱਲਾਂ ਨੇ। ਤੇ ਆਖਰ 'ਚ ਤੇ ਅੱਲਾ ਕਰੇ ਕਿ ਸਾਨੂੰ ਆਪਣੀ ਅਸਲ, ਮੈਂ ਅਕਸਰ ਕਹਿਣਾ ਹੁੰਦਾ ਕਿ ਆਪਣੇ ਆਪ ਜੋ ਤੁਹਾਡੇ ਹਾਲਾਤ ਨੇ, ਇਹ ਫੈਸਲਾ ਤਕਦੀਰ ਨੇ ਕੀਤਾ ਸਾਡੇ ਵਾਸਤੇ। ਪੈਦਾਇਸ਼ ਦਾ ਫੈਸਲਾ ਰੱਬ ਸੋਹਣੇ ਨੇ ਕੀਤਾ ਕਿ ਅਸੀਂ ਕਿੱਥੇ ਪੈਦਾ ਹੋਣਾ ਹੈ। ਬਹੁਤ ਸਾਰੇ ਫੈਸਲੇ ਅਸੀਂ ਆਪ ਵੀ ਕਰਨੇ ਆ, ਲੇਕਿਨ ਇਹ ਫੈਸਲਾ ਕਿ ਅਸੀਂ ਕਿੱਥੇ ਪੈਦਾ ਹੋਣਾ ਹੈ, ਕਿਸ ਖਿੱਤੇ 'ਚ ਪੈਦਾ ਹੋਣਾ ਹੈ, ਕਦੋਂ ਪੈਦਾ ਹੋਣਾ ਹੈ ਤੇ ਕਿਹਦੇ ਘਰ ਪੈਦਾ ਹੋਣਾ ਹੈ, ਇਹ ਮੇਰੇ ਰੱਬ ਸੋਹਣੇ ਦਾ ਫੈਸਲਾ ਹੈ। ਇਹ ਸਾਡੀਆਂ ਨਿਸਬਤਾਂ ਹੁੰਦੀਆਂ ਨੇ, ਇਹ ਸਾਡੀਆਂ ਪਹਿਚਾਣ ਹੈ, ਸਾਡਾ ਖਿੱਤਾ, ਸਾਡਾ ਇਲਾਕਾ, ਸਾਡੀ ਜ਼ਾਤ ਬਰਾਦਰੀ, ਸਾਡੇ ਮਾਪੇ, ਇਹ ਨਹੀਂ ਜੇ ਬਦਲਦੇ ਜਾਂਦੇ। ਇਹਨਾਂ ਤੇ ਤਕੱਬਰ ਵੀ ਨਾ ਕਰੋ ਤੇ ਇਹਨਾਂ ਦੇ ਸ਼ਰਮਸਾਰ ਵੀ ਨਾ ਹੋਵੋ। ਇਹ ਜ਼ੁਬਾਨ ਬੋਲਣ ਤੇ ਸ਼ਰਮਸਾਰ ਨਾ ਹੋਵੋ। ਤੇ ਮੈਡਮ ਹੋਇਆ ਕਿ ਜਦੋਂ ਡਾਢਿਆਂ ਨੇ ਬੋਲਣੀ ਸ਼ੁਰੂ ਕੀਤੀ ਨਾ, ਪੰਜਾਬੀ ਛੱਡੀ, ਤੇ ਫਿਰ ਐਕਚੁਅਲੀ ਜਿਹੜੇ ਬਾਲਾਦਸਤ ਹੁੰਦੇ ਨੇ ਨਾ, ਉਹ ਕੁਦਰਤੀ ਹੁੰਦਾ ਕਿ ਉਹਨਾਂ ਦਾ ਲਿਬਾਸ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਉੱਠਣ ਖਲੋਣ, ਉਹਨਾਂ ਦੇ ਖਾਣੇ, ਉਹ ਬਾਲਾਦਸਤ ਨੂੰ ਲੋਕੀ ਫਾਲੋ ਕਰਦੇ ਨੇ, ਉਹਨਾਂ ਦੀ ਨਕਲ ਮਾਰਦੇ ਨੇ। ਦੂਜੇ ਲਫ਼ਜ਼ਾਂ 'ਚ ਅਸੀਂ ਪੈਂਟ, ਕੋਈ ਅਰਜ਼ ਨਹੀਂ ਇਹਦੇ 'ਚ। ਮੈਂ ਅਕਸਰ ਇਹ ਗੁਜ਼ਾਰਿਸ਼ ਕਰਨਾ, ਬਿਲਕੁਲ ਪਾਓ, ਪੈਂਟ ਕੋਟ ਵੀ ਪਾਓ। ਕਿਉਂ ਧੋਤੀ ਲਿਆਉਣ ਦੀ ਕੋਸ਼ਿਸ਼ ਕਰ, ਨਹੀਂ ਆਣੀ ਧੋਤੀ ਹੁਣ ਵਾਪਸ, ਨਹੀਂ ਜੀ ਆਣੀ ਧੋਤੀ ਵਾਪਸ, ਨਹੀਂ ਜੀ ਆਣੀ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਕੋਈ ਗੱਲ ਨਹੀਂ, ਪੈਂਟ ਪਾ ਕੇ ਨਹੀਂ ਪੰਜਾਬੀ ਬੋਲੀ ਜਾ ਸਕਦੀ। ਉਹ ਪੈਂਟ ਕੋਟ ਪਾ ਕੇ ਬੰਦਾ ਪੰਜਾਬੀਆਂ ਨਾਲ ਨਫ਼ਰਤ ਨਾ ਕਰੇ, ਆਪਣੀ ਅਸਲ ਨੂੰ ਤੇ ਨਾ ਭੁੱਲੇ। ਤੇ ਅੰਗਰੇਜ਼ੀ ਬੋਲੋ, ਫਰਾਂਸੀਸੀ ਸਿੱਖੋ, ਅਰਬੀ ਸਿੱਖੋ। ਸਾਡੀ ਮਜ਼ਹਬ ਦੀ ਹਦਾਇਤ ਅਰਬੀ 'ਚ ਨੇ। ਉਰਦੂ ਸਿੱਖੋ, ਉਰਦੂ ਬੋਲੋ, ਉਰਦੂ ਸਾਡੀ ਕੌਮੀ ਜ਼ੁਬਾਨ ਹੈ। ਫਾਰਸੀ ਵੀ ਸਮਝੋ, ਸਭ ਕੁਝ ਸਮਝੋ, ਲੇਕਿਨ ਵਿੱਚੋਂ ਪੰਜਾਬੀ ਰਹਿਣਾ। ਬੜੀ ਮਿਹਰਬਾਨੀ।